पंजाब में जो कांग्रेसी मुख्यमंत्री है ये पहले अकाली से सीगा, अकाली वाला पहले कांग्रेसी सीगा। सवेरे एक होर धड़ा बन जाए टप के एन सारे जने उधर जाओगे। इनका कोई आइडियोलॉजी नहीं है किसी पार्टी की। सबके ड्राइंग रूमों में सबकी सरमाएदारों के साथ फोटो हैं, जाके देख लो। बेवकूफ बनाते लोगों को, ये नहीं बनाते, असं बनते हैं। हाँ जी, सत श्री अकाल जी। मैं हाँ तुहाडा गुरप्रीत ते इस समय मैं मौजूद हाँ ਸਿੰਘੂ ਬਾਰਡਰ उत्ते। ਸਿੰਘੂ ਬਾਰਡਰ उत्ते मेरे नाल मौजूद आ साडे पंजाब हरियाणा हाई कोर्ट के वकील करनलजीत कौर मैडम। इत्थे लगातार ਸਿੰਘੂ ਬਾਰਡਰ उत्ते जिहड़े साडे किसान आ उन्हां नूं जिहड़े हुण कानून बन चुके हैं तिन्ने बिल, उन्हां बारे जिहड़े नुकसान आ समझा रहे हैं। आज उन्हां नाल गल करदे आ ते उन्हां तों जाणदे आ जिहड़े तिन्ने कानून है किस तरह जिहड़े साडे जिंदगी उत्ते प्रभाव पाउणगे। हाँ जी, सत श्री अकाल भैन जी। सत श्री अकाल जी। सत श्री अकाल जी। ਭੈਣ ਜੀ ਤੁਸੀਂ ਲਗਾਤਾਰ ਜਿਹੜਾ ਇੱਥੇ ਮੈਂ ਦੇਖ ਰਿਹਾ ਤੁਸੀਂ ਲਗਾਤਾਰ ਇਹ ਸਿੰਘੂ ਬਾਰਡਰ ਉੱਤੇ ਘੁੰਮ ਕੇ ਜਿਹੜੇ ਸਾਡੇ ਕਿਸਾਨ ਆ ਜਾਂ ਪਿੰਡਾਂ ਵਿੱਚ ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਇਹਨਾਂ ਤਿੰਨੇ ਕਾਨੂੰਨ ਜਿਹੜੇ ਹੁਣ ਬਣ ਚੁੱਕੇ ਨੇ ਇਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਆ। ਪਹਿਲਾਂ ਸਾਨੂੰ ਦੱਸਿਓ ਥੋੜਾ ਜਿਹਾ ਸ਼ਾਰਟ ਵਿੱਚ ਕਿ ਕਿਸ ਤਰ੍ਹਾਂ ਪ੍ਰਭਾਵ ਪਾਉਣਗੇ ਸਾਡੇ ਆਉਣ ਵਾਲੇ ਜਿਹੜੇ ਜੀਵਨ ਵਿੱਚ। जी बिल्कुल, मैं हमेशा कहनी हुन्नी है कि जोड़े कानून हैगे आ हिंदुस्तान की खेती के लिए डैथ वारंट हैगे आ। इन्हां तो बाद हिंदुस्तान का किसान ते किसानी बिल्कुल जड़ों खत्म हो जाएगी। तो ये जे कई साडे शहरों के विच लोकां नूं भुलेखा है कि इहदे नाल सिर्फ जिहड़े जमीनदार हैगे आ उन्हां नूं ही फर्क पएगा, जबकि सच्चाई ये है कि जिहड़ा साडा शहरी वर्ग है या मिडल क्लास है या इन शॉर्ट मैं कहां वो लोग जिन्हां को कोई एग्रीकल्चर लैंड नहीं हैगी, जिन्हां को इदां दी कोई ज़मीन नहीं हैगी जिथे वो माड़ा मोटा कुछ उगा सकन, वो सब तो पहले तो चलते भुखे मरनगे। तो जिहड़ा साडा किसान है, जिहड़ा साडा अन्नदाता है, अज दिल्ली दीयां बरूहां ते बैठा उन्हां लोकां लई भी जिहड़े जिन्हां दे खिलाफ बोलदे उन्होंने लिए भी लड़ाई लड़ रहा है, उन्होंने बच्चों लिए भी लड़ाई लड़ रहा है, क्योंकि ये वो वर्ग है, ये जो शहरों का है वो वर्ग है जो सब तो पहले जिन्हों मार पएगी इन्होंने कानूनों की। ਸਾਨੂੰ ਲੱਗਦਾ ਕਿ ਅਸੀਂ ਕਿਤੇ ਅਸਫਲ ਰਹੇ ਹਾਂ ਜਿਹੜਾ ਆਪਣਾ ਮੈਸੇਜ ਆ ਉਹ ਲੋਕਾਂ ਤੱਕ ਪਹੁੰਚਾਉਣ ਵਿੱਚ, ਕਿਉਂਕਿ ਕੱਲ ਜਿਹੜੇ ਹਾਲੀਵੁੱਡ ਦੀ ਇੱਕ ਸਟਾਰ ਆ ਉਹਨੇ ਟਵੀਟ ਕੀਤਾ, ਉਹਨੂੰ ਰੋਕਣ ਵਾਸਤੇ ਜਿਹੜੇ ਸਾਡੇ ਬਾਲੀਵੁੱਡ ਦੇ ਆ ਉਹ ਉਹਦੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿ ਸਾਡਾ ਇੱਕ ਮੈਸੇਜ ਨਹੀਂ ਪਹੁੰਚ ਸਕਿਆ ਜਿਹੜੇ ਕਿਸਾਨਾਂ ਜਿਹੜੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਬਾਕੀ ਲੋਕਾਂ ਤੱਕ। ਭਾਜੀ ਜਿਹੜਾ ਸੱਚ ਹੈ ਨਾ ਉਹਦੇ ਲਈ ਕਿਸੇ ਚੀਜ਼ ਦੀ ਵੀ ਲੋੜ ਨਹੀਂ ਗੀ। ਸੱਚ ਇੱਕ ਸੂਰਜ ਹੈ ਔਰ ਆਖਿਰਕਾਰ ਉਹਨੇ ਚਮਕਣਾ ਹੀ ਹੈ। ਉਹਦੀ ਆਪਣੀ ਚਮਕ ਹੀ ਇੰਨੀ ਬਹੁਤ ਹੈ ਕਿ ਬਾਕੀ ਚੀਜ਼ਾਂ ਜਿਹੜੀਆਂ ਆ ਉਹ ਪਿੱਛੇ ਹੋ ਜਾਂਦੀਆਂ ਆ। ਤੇ ਜੇ ਸਰਕਾਰ ਨੂੰ ਇਹ ਲੱਗਦਾ ਹੈ ਜਾਂ ਇੱਦਾਂ ਦੇ ਇੱਕ ਜਮਾਤ ਸਾਡੇ ਸਮਾਜ 'ਚ ਹੈਗੀ ਉਹਨੂੰ ਇਹ ਲੱਗਦਾ ਹੈ ਕਿ ਉਹ ਰੌਲਾ ਪਾ ਕੇ ਸੱਚ ਨੂੰ ਦਬਾ ਲੈਣਗੇ ਤੇ ਫਿਰ ਸ਼ਾਇਦ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਜਾਂ ਉਹਨਾਂ ਨੂੰ ਇੰਨੀ ਅਵੇਅਰਨੈਸ ਨਹੀਂ ਹੈ। ਤੇ ਇੱਕ ਵਾਰ ਆਪਣੀ ਪਿੱਠ ਵੱਲ ਮੁੜ ਕੇ ਦੇਖ ਲੈਣ, ਜਿਹੜਾ ਸਾਡਾ ਇਤਿਹਾਸ ਹੈ ਉਹ 'ਚੋਂ ਬਹੁਤ ਇੱਦਾਂ ਦੇ ਐਗਜ਼ਾਮਪਲਸ ਮਿਲ ਜਾਊਗੇ ਕਿ ਜਿਹੜਾ ਝੂਠ ਹੁੰਦਾ ਉਹਦੇ ਕੋਈ ਪੈਰ ਨਹੀਂ ਹੁੰਦੇ। ਤੇ ਸਾਡੇ ਪੰਜਾਬੀ 'ਚ ਕਹਾਵਤ ਹੈ ਕਿ ਜੇ ਮਨ ਵਿੱਚ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਤੇ ਇਸ ਕਰਕੇ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜਾ ਤੁਹਾਡਾ ਵਿਰੋਧੀ ਹੁੰਦਾ ਆ ਉਹਨੂੰ ਪੂਰਾ ਇਹ ਇਖਤਿਆਰ ਹੁੰਦਾ ਆ, ਉਹ ਆਪਣਾ ਹਰ ਜਿਹੜਾ ਹੀਲਾ ਉਹਨੂੰ ਆਪਣਾ ਅਪਣਾ ਕੇ ਦੇਖ ਲੈਣਾ ਚਾਹੀਦਾ ਹੈ। ਤੇ ਇਸ ਕਰਕੇ ਜੇ ਸਾਡੇ ਵਿਰੋਧੀ ਹੋਰ ਵੀ ਜੋ ਕੁਝ ਕਰਕੇ ਦੇਖਣਾ ਚਾਹੁੰਦੇ ਆ, ਹਜੇ ਤਾਂ ਇਹਨਾਂ ਨੇ ਨੈਟ ਹੀ ਬੰਦ ਕੀਤਾ, ਕੋਈ ਗੱਲ ਨਹੀਂ, ਜੋ ਬੰਦ ਕਰਕੇ ਦੇਖਣਾ ਚਾਹੁੰਦੇ ਆ ਦੇਖ ਲੈਣ। ਕੋਈ ਇਹਨਾਂ ਨੂੰ ਲੱਗੇ ਨਾ ਕਿ ਕੋਈ ਕਸਰ ਰਹਿ ਗਈ ਸੀ, ਕਿਉਂਕਿ ਸਾਨੂੰ ਵੀ ਫਿਰ ਜਿੱਤ ਦਾ ਓਨਾ ਹੀ ਮਜ਼ਾ ਆਏਗਾ। ਕਿਉਂਕਿ ਭੈਣ ਜੀ ਇਹ ਉਹੀ ਲੋਕ ਨੇ ਜਿਹੜੇ ਰੌਲਾ ਪਾ ਰਹੇ ਸੀ ਜਦੋਂ ਪੰਜਾਬ ਵਿੱਚ ਜੀਓ ਦਾ ਨੈੱਟ ਬੰਦ ਕਰ ਰਹੇ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ। ਤੁਸੀਂ ਦੇਖ ਸਕਦੇ ਜਿਹੜੇ ਸਿੰਘੂ ਬਾਰਡਰ ਦੇ ਲਾਗੇ ਛਾਗੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਆ, ਉੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਤਾਂ ਹੁਣ ਵੀ ਹੋ ਰਿਹਾ। ਹੁਣ ਸਰਕਾਰ ਕਿਉਂ ਨਹੀਂ ਸੁਣ ਰਹੀ? ਭਾਜੀ ਪੜ੍ਹਾਈ ਜਿਹੜੀ ਆ ਇਹ ਵੀ ਇੱਕ ਬੜੀ ਦੁੱਖ ਵਾਲੀ ਗੱਲ ਹੈ ਕਿ ਸਾਨੂੰ ਇਹ ਲੱਗਦਾ ਹੈ ਪੜ੍ਹਾਈ ਸਿਰਫ ਕਿਤਾਬਾਂ 'ਤੇ ਜਾਂ ਇੰਟਰਨੈਟ 'ਤੇ ਸਿਮਟ ਕੇ ਰਹਿ ਗਈ ਆ। ਇਸ ਮੋਰਚੇ 'ਚ ਆ ਕੇ ਹਾਜ਼ਰੀ ਭਰਨਾ ਔਰ ਇੱਥੇ ਸਾਰੀ ਦਿਹਾੜੀ ਘੁੰਮਣਾ ਇਹ ਆਪਣੇ ਆਪ 'ਚ ਇੱਕ ਪੜ੍ਹਾਈ ਹੈ। ਇੱਥੋਂ ਤੁਹਾਨੂੰ ਇੰਨੇ ਸਬਜੈਕਟਸ ਪੜ੍ਹਨ ਨੂੰ ਮਿਲਦੇ ਆ। ਇੱਕ ਤੁਸੀਂ ਇਤਿਹਾਸ ਆਪਣੀਆਂ ਅੱਖਾਂ ਅੱਗੇ ਦੇਖ ਰਹੇ ਹੋ, ਜਿਹੜਾ ਇੱਥੇ ਭਾਈਚਾਰਾ ਆ, ਇੱਥੇ ਕਲਚਰਸ ਹੈ ਡਿਫਰੈਂਟ, ਠੀਕ ਹੈ ਨਾ। ਔਰ ਕਿਸ ਤਰੀਕੇ ਦੇ ਨਾਲ ਜਿਹਨੂੰ ਅਸੀਂ ਅੱਜ ਕੱਲ੍ਹ ਸਾਡੇ ਯੂਨੀਵਰਸਿਟੀਆਂ 'ਚ ਮੈਨੇਜਮੈਂਟ ਪੜ੍ਹਾਈ ਜਾਂਦੀ ਹੈ, ਮੈਨੇਜ ਕਿੱਦਾਂ ਕੀਤਾ ਜਾ ਰਿਹਾ, ਐਡਮਿਨਿਸਟ੍ਰੇਸ਼ਨ ਕੀ ਹੈ। ਤੁਸੀਂ ਕਿਸੇ ਸਬਜੈਕਟ ਦਾ ਨਾਮ ਲਓ, ਉਹਦੀ ਪੜ੍ਹਾਈ ਇੱਥੇ ਤੁਹਾਨੂੰ ਪ੍ਰੈਕਟੀਕਲੀ ਹੁੰਦੀ ਦਿਖਦੀ ਹੈ। ਅਤੇ ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਜਿਹੜਾ ਸਾਡਾ ਬਹੁਤ ਦਾਇਰਾ ਸਿਮਟ ਗਿਆ ਹੈ ਕਿ ਜਿਹੜੀ ਪੜ੍ਹਾਈ ਉਹ ਕਾਲਜਾਂ 'ਚ ਹੀ ਹੋਣੀ ਹੈ ਜਾਂ ਬਹਿ ਕੇ ਕਿਤਾਬਾਂ ਦੇ ਵਿੱਚੋਂ ਹੀ ਹੋਣੀ ਹੈ। ਭੈਣ ਜੀ ਤਕਰੀਬਨ ਜਿਹੜਾ ਸਾਡੇ ਔਰਤ ਵਰਗ ਆ ਉਹਨਾਂ ਨੂੰ ਨਾ ਥੋੜ੍ਹਾ ਪਿੱਛੇ ਰੱਖ ਕੇ ਦੇਖਿਆ ਜਾਂਦਾ ਆ। ਤੁਸੀਂ ਖੁਦ ਇੱਕ ਵਕੀਲ ਆ, ਤੁਸੀਂ ਸਿੰਘੂ ਬਾਰਡਰ 'ਤੇ ਦੇਖ ਸਕਦੇ ਆ ਕਿ ਜਿਹੜੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਥੋੜ੍ਹੀ ਜਿਹੀ ਘੱਟ ਆ ਮਰਦਾਂ ਦੇ ਮੁਕਾਬਲੇ, ਜਦ ਕਿ ਔਰਤਾਂ ਵੀ ਬਰਾਬਰ ਦਾ ਹੱਕ ਰੱਖਦੀਆਂ ਨੇ, ਬਰਾਬਰ ਦਾ ਉਹਨਾਂ ਉੱਤੇ ਵੀ ਇਹ ਕਾਨੂੰਨਾਂ ਦਾ ਪ੍ਰਭਾਵ ਪਵੇਗਾ। ਤੁਹਾਨੂੰ ਕੀ ਲੱਗਦਾ ਔਰਤਾਂ ਨੂੰ ਕਿਵੇਂ ਇਸ ਵਿੱਚ ਯੋਗਦਾਨ ਦੇਣਾ ਚਾਹੀਦਾ ਆ? ਭਾਜੀ ਜਿਹੜੀਆਂ ਔਰਤਾਂ ਇੱਥੇ ਆ ਸਕੀਆਂ ਆ ਪਹਿਲੇ ਮੇਰਾ ਉਹਨਾਂ ਨੂੰ ਸਲਾਮ ਹੈ, ਅਤੇ ਜਿਹੜੀਆਂ ਨਹੀਂ ਆ ਸਕੀਆਂ ਉਹਨਾਂ ਨੂੰ ਵੀ ਮੇਰਾ ਸਿਜਦਾ ਹੈ, ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਇਹ ਗੱਲ ਬਖੂਬੀ ਜਾਣਦੀ ਹਾਂ ਕਿ ਜਿਹੜੇ ਲੋਕ ਇੱਥੇ ਆ ਵੀ ਪਾਏ ਆ ਉਹ ਇਸ ਕਰਕੇ ਆ ਪਾਏ ਆ ਕਿ ਪਿੱਛੇ ਕੋਈ ਘਰ ਸਾਂਭਣ ਵਾਲਾ ਹੈਗਾ।
ਔਰਤਾਂ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤਾਂ ਔਰਤ ਦੇ ਨਾਲ ਬਹੁਤ ਕੁਝ ਆਉਂਦਾ ਹੈ, ਬੱਚੇ ਆਉਂਦੇ ਹੈ, ਘਰ-ਬਾਰ ਆਉਂਦਾ ਹੈ। ਜਿਹੜੇ ਸਾਡੇ ਇੱਥੇ ਭਰਾ ਆਏ ਹੋਏ ਆ, ਜਦੋਂ ਤੁਸੀਂ ਵੀ ਆਏ ਹੋਏ ਹੋ, ਤੁਹਾਨੂੰ ਹੁਣ ਤੁਸੀਂ ਟੈਨਸ਼ਨ ਫਰੀ ਹੋ ਕਿ ਘਰ ਵਾਈਫ ਹੈ, ਬੱਚੇ ਹੈ, ਠੀਕ ਹੈ ਨਾ। ਤੇ ਜਿਹੜੀ ਪਿੱਛੇ ਵੀ ਹੈਗੇ ਆ, ਇਹ ਨਹੀਂ ਕਿ ਉਹਨਾਂ ਦਾ ਯੋਗਦਾਨ ਨਹੀਂ ਹੈ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਕਿ ਇਨਡਾਇਰੈਕਟ ਯੋਗਦਾਨ ਹੈ। ਔਰ ਉਸ ਯੋਗਦਾਨ ਨੂੰ ਅੱਜ ਅਸੀਂ ਉਸ ਪੜਾਵ 'ਤੇ ਆ ਗਏ ਹਾਂ ਹੁਣ ਅਸੀਂ ਸਦੀ ਦੇ, ਕਿ ਸਾਨੂੰ ਇਸ ਯੋਗਦਾਨ ਨੂੰ ਵੀ ਐਕਨੋਲੇਜ ਕਰਨਾ ਚਾਹੀਦਾ ਹੈ ਕਿ ਜਿਹੜੀ ਔਰਤ ਘਰ ਵੀ ਬੈਠੀ ਹੈ ਉਹ ਆਪਣੇ ਤਰੀਕੇ ਦਾ ਯੋਗਦਾਨ ਪਾ ਰਹੀ ਹੈ। ਬਿਲਕੁਲ ਜਿਹੜਾ ਇਹ ਹੁਣ ਅੰਦੋਲਨ ਹੈ ਇੱਕ ਇਸ ਜਗ੍ਹਾ ਤੱਕ ਪਹੁੰਚੋ ਕਿ 26 ਤੋਂ ਬਾਅਦ ਥੋੜ੍ਹਾ ਜਿਹਾ ਅੰਦੋਲਨ ਵਿੱਚ ਨਾ ਥੋੜ੍ਹੀ ਕਮੀ ਆਈ ਸੀ ਕੁਝ ਕਾਰਨਾਂ ਕਰਕੇ, ਪਰ ਹੁਣ ਅੰਦੋਲਨ ਵਿੱਚ ਮੁੜ ਕੇ ਜਿਹੜੀਆਂ ਰੌਣਕਾਂ ਲੱਗ ਰਹੀਆਂ ਨੇ ਤੁਸੀਂ ਦੇਖ ਹੀ ਸਕਦੇ ਆ। ਇੱਕ ਜਿਹੜਾ ਪੰਜਾਬ ਦੇ ਲੋਕ ਆ ਉਹਨਾਂ ਤੱਕ ਮੈਸੇਜ ਆ ਰਿਹਾ ਕਿ ਇੱਥੋਂ ਦੇ ਜਿਹੜੇ ਹਾਲਾਤ ਆ ਥੋੜ੍ਹੇ ਠੀਕ ਨਹੀਂ ਹੈਗੇ, ਉਹਨਾਂ ਬਾਰੇ ਦੱਸਿਓ ਤੁਸੀਂ ਇੱਥੇ ਕੀ ਦੇਖਿਆ। ਜੀ ਬਿਲਕੁਲ, ਇਹ ਪ੍ਰੋਪੇਗੈਂਡਾ ਹੈ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਨੇ ਅਪਣਾਇਆ ਹੋਇਆ ਆ। ਅਸੀਂ ਇੱਥੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਆ, ਮੈਂ ਇੱਥੇ ਰੋਜ਼ ਆਉਂਦੀ ਹਾਂ, ਜਿਹੜਾ ਮਾਹੌਲ ਹੈ ਬਿਲਕੁਲ ਹੀ ਚੜ੍ਹਦੀ ਕਲਾ ਦੇ ਵਿੱਚ ਹੈ। ਔਰ ਯੋਧਿਆਂ ਦੀ ਸਾਡੀ ਕੌਮ ਹੈਗੀ ਹੈ ਅਤੇ ਕਦੀ ਢਹਿੰਦੀ ਕਲਾ ਵਾਲੀ ਗੱਲ ਹੀ ਨਹੀਂ ਹੈ। ਹੁਣ ਸਾਡੇ ਹਰਿਆਣਾ ਦੇ ਵੀ ਇੱਥੇ ਬਾਈ ਆਏ ਹੋਏ ਆ ਸਾਰੇ, ਅਤੇ ਕਦੀ ਕਿਤੇ ਬੈਠ ਕੇ ਲੰਗਰ ਛਕੀਦਾ, ਕਦੀ ਕਿਤੇ ਬੈਠ ਕੇ ਛਕੀਦਾ। ਅਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਇੱਕ ਸ਼ਾਇਦ ਮੋਦੀ ਸਾਹਿਬ ਦੀ ਇਹ ਸਾਨੂੰ ਦੇਣ ਵੀ ਹੈਗੀ ਹੈ ਕਿ ਅਸੀਂ ਇੰਨਾ ਇੱਕ ਦੂਜੇ ਦੇ ਨੇੜੇ ਆ ਚੁੱਕੇ ਹਾਂ। ਮੈਂ ਕੱਲ੍ਹ ਹੀ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਮੇਰੀ ਇੰਨੀ ਉਮਰ ਹੋ ਗਈ ਹੈ ਪਰ ਮੈਂ ਕਦੀ ਹਰਿਆਣੇ ਵਾਲਿਆਂ ਦੇ ਕਦੀ ਜਾ ਕੇ ਨਹੀਂ ਦੇਖਿਆ ਸੀ, ਅਤੇ ਅੱਜ ਕੱਲ੍ਹ ਤਾਂ ਇੱਦਾਂ ਲੱਗਦਾ ਹੈ ਕਿ ਕਈ ਪੇਕੇ ਹੋ ਗਏ ਆ ਆਪਣੇ। ਵੀ ਇੱਕ ਬਹੁਤ ਦੋ ਸੱਭਿਅਤਾ ਸੀਗੀਆਂ, ਹਰਿਆਣੇ ਵਾਲੇ ਸੀਗੇ ਜਿਹੜੇ ਉਹ ਤਾਂ ਸਾਡੇ ਪੰਜਾਬ ਤੋਂ ਥੋੜ੍ਹਾ ਗੀਤਾਂ ਰਾਹੀਂ ਦੇਖਦੇ ਸੀ, ਅਸੀਂ ਵੀ ਆਪਣੇ ਗੀਤਾਂ ਰਾਹੀਂ ਦੇਖਦੇ ਸੀ ਜੀ ਹਰਿਆਣੇ ਵਾਲੇ ਆ, ਉਹ ਜਾਟ ਆ, ਐਸੇ ਆ। ਜਦੋਂ ਮੈਂ ਵੀ ਰਾਤ ਘੁੰਮਦਾ ਰਹਿੰਦਾ, ਜਦੋਂ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ ਯਾਰ ਜਿਹੜੇ ਸਿੱਖ ਹੈ ਸਾਨੂੰ ਤਾਂ ਪਤਾ ਲੱਗੇ ਤਾਂ ਚੰਗੇ ਹੀ ਬਹੁਤ ਆ, ਕਿ ਅਸੀਂ ਤਾਂ ਗੀਤਾਂ ਵਿੱਚ ਦੇਖਦੇ ਸੀ ਇਹਨਾਂ ਦੀ ਗਰਲਫਰੈਂਡ ਭੱਜ ਗਈ, ਇਹਨਾਂ ਦੇ ਮਹਿੰਗੀਆਂ ਕਾਰਾਂ ਲੈ ਲਈਆਂ, ਬਸ ਇਸ ਤਰ੍ਹਾਂ ਦਾ ਮਾਹੌਲ ਸੀ। ਗੀਤਾਂ ਦਾ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਪਾਇਆ ਪੂਰੇ, ਜੇ ਹਰਿਆਣੇ ਵੱਲ ਤਾਂ ਪਾਇਆ ਤਾਂ ਪੂਰੇ ਸਾਡੇ ਦੇਸ਼ 'ਤੇ ਸਾਡੇ ਇੱਕ ਛਵੀ ਬਣਾਈ ਸੀ ਕਿ ਉਹ ਬਦਲ ਰਹੀ ਆ ਹੁਣ। ਜੀ ਵੈਸੇ ਦੇਖਿਆ ਜਾਏ ਤਾਂ ਸਾਡਾ ਖੂਨ ਤਾਂ ਇੱਕ ਹੀ ਹੈ ਜੀ ਸਾਰਿਆਂ ਦਾ। ਵੈਸਟਰਨ ਯੂਪੀ ਹੋ ਗਿਆ, ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, ਪੰਜਾਬ ਹੋ ਗਿਆ। ਔਰ ਇਹ ਗੱਲ ਮੈਂ ਵੈਸੇ ਵੀ ਮਹਿਸੂਸ ਕਰਦੀ ਹਾਂ ਕਿ ਜਿਹੜੀ ਆਵਾਮ ਹੁੰਦੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਕਦੀ ਦੂਰੀਆਂ ਹੁੰਦੀਆਂ ਨਹੀਂ ਗੀਆਂ। ਇਹ ਜਿਹੜੇ ਉੱਤੇ ਸਾਡੀ ਪੋਲੀਟੀਕਲ ਕਲਾਸ ਹੈ ਇਹਨਾਂ ਨੇ ਲੋਕਾਂ ਨੂੰ ਇੱਕ ਭਰਮ ਪਾਇਆ ਹੁੰਦਾ ਹੈ, ਕਿਉਂਕਿ ਇਹਨਾਂ ਦੀ ਰਾਜਨੀਤੀ ਹੀ ਤਾਂ ਚਮਕਦੀ ਹੈ ਜੇ ਸਾਨੂੰ ਪਾੜਨਗੇ। ਪਰ ਹੁਣ ਸਾਡੀ ਆਵਾਮ ਨੂੰ ਇਹ ਗੱਲ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਚੁੱਕੀ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੋਲੀਟੀਕਲੀ ਸਾਡੇ ਸਮਾਜ 'ਤੇ ਇਹਦਾ ਫਰਕ ਪਏਗਾ ਉਹ ਦੇਖਣ ਨੂੰ ਮਿਲੇਗਾ ਜ਼ਰੂਰ। ਭੈਣ ਜੀ ਤੁਸੀਂ ਚੰਗੀ ਤਰ੍ਹਾਂ ਕਾਨੂੰਨਾਂ ਨੂੰ ਸਮਝਦੇ ਹੋ, ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹਿਆ ਆ ਤੇ ਲੋਕਾਂ ਨੂੰ ਵੀ ਸਮਝਾ ਰਹੇ ਆ। ਮੇਰਾ ਇੱਕ ਸਵਾਲ ਹੈ, ਜੇਕਰ ਤਿੰਨੇ ਕਾਨੂੰਨ ਰੱਦ ਵੀ ਹੋ ਜਾਂਦੇ ਆ ਪਰ ਫਿਰ ਵੀ ਜਿਹੜੇ ਸਾਡੇ ਕਿਸਾਨਾਂ ਦੀ ਹਾਲਤ ਆ ਉਹ ਤਾਂ ਉਸੇ ਤਰ੍ਹਾਂ ਰਹੇਗੀ। ਪਹਿਲਾਂ ਦੀ ਤਰ੍ਹਾਂ ਜਿਹੜੇ ਕਿਸਾਨ ਆ ਸਾਡੇ ਆਤਮ ਹੱਤਿਆ ਕਰ ਰਹੇ ਸੀ, ਉਹਨਾਂ ਦੇ ਹਾਲਾਤਾਂ ਵਿੱਚ ਤਾਂ ਕੋਈ ਸੁਧਰਨ ਵਿੱਚ ਕੋਈ ਇਹਦੇ 'ਚ ਬਦਲਾਅ ਨਹੀਂ ਆਏਗਾ। ਜੀ ਬਿਲਕੁਲ, ਇਸੇ ਗੱਲ ਦਾ ਤਾਂ ਰੋਣਾ ਹੈ। ਸਰਕਾਰ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਕਾਨੂੰਨ ਰੱਦ ਕਰਾ ਕੇ ਕੋਈ ਸਾਡੀ ਜ਼ਿੰਦਗੀ, ਸਾਡੀ ਜਿਹੜੀ ਜ਼ਮੀਨਾਂ ਨੇ ਸੋਨਾ ਨਹੀਂ ਉੱਗਣ ਲੱਗ ਜਾਣਾ, ਠੀਕ ਹੈ ਨਾ। ਸਾਡੇ ਹਾਲਾਤ ਪਹਿਲੇ ਹੀ ਬੜੇ ਅਸੀਂ ਵਲਨਰੇਬਲ ਹੋ ਹੈਗੇ ਹਾਂ, ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਇਹ ਤਾਂ ਪੂਰੀ ਇੱਕ ਜੀ ਉਸ ਹਿਸਾਬ ਦੀ ਸਟ੍ਰੈਟਜੀ ਬਣਾਉਣੀ ਪਏਗੀ ਇੱਥੋਂ ਵਾਪਸ ਜਾ ਕੇ। ਜਿਹੜੀ ਲੀਡਰਸ਼ਿਪ ਹੈ ਉਹ ਚੰਗੀ ਲੀਡਰਸ਼ਿਪ ਅੱਗੇ ਆਵੇ, ਜਿਹੜਾ ਦੀ ਕੋਈ ਦ੍ਰਿਸ਼ਟੀ ਹੋਵੇ, ਕੋਈ ਵਿਜ਼ਨ ਹੋਵੇ ਕਿ ਜਿਹੜਾ ਸਮਾਜ ਆ ਉਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ। ਔਰ ਗੱਲ ਸਿਰਫ ਖੇਤੀ ਦੀ ਗੱਲ ਇਸ ਅੰਦੋਲਨ 'ਚ ਉੱਭਰੀ ਹੈ, ਪਰ ਪ੍ਰੋਬਲਮ ਸਿਰਫ ਖੇਤੀ ਨੂੰ ਲੈ ਕੇ ਨਹੀਂ ਗਈ। ਤੁਸੀਂ ਅਨਐਮਪਲੋਇਮੈਂਟ ਦੇਖ ਲਓ, ਤੁਸੀਂ ਇਲਿਟਰੇਸੀ ਦੇਖ ਲਓ, ਤੁਸੀਂ ਹੈਲਥ ਦੇਖ ਲਓ, ਤੁਸੀਂ ਔਰਤਾਂ ਦਾ ਅੱਜ ਸਾਡੇ ਇਹ ਇਤਿਹਾਸ ਵਿੱਚ ਕਦੀ ਇੱਦਾਂ ਨਹੀਂ ਸੀ ਹੋਇਆ ਕਿ ਜਿਹੜੀ ਔਰਤ ਆ ਉਹਨੂੰ ਪਹਿਲੇ ਵਰਤਿਆ ਜਾਵੇ, ਉਹਨਾਂ ਜ਼ਬਰ ਜ਼ੁਲਮ ਕੀਤਾ ਜਾਵੇ ਅਤੇ ਫਿਰ ਉਹਨੂੰ ਸਾੜ ਕੇ ਸੜਕਾਂ 'ਤੇ ਸੁੱਟ ਦਿੱਤਾ ਜਾਵੇ। ਹਰ ਪੱਖੋਂ ਅਸੀਂ ਮਾਰ ਖਾ ਰਹੇ ਹਾਂ, ਅਤੇ ਅੱਜ ਤਾਂ ਲੋੜ ਹੈਗੀ ਹੈ ਕਿ ਜਿਹੜੀ ਆਵਾਮ ਆ ਇਹ ਆਪਣਾ ਫਰਜ਼ ਸਮਝੇ, ਆਪਣੇ ਵਿੱਚੋਂ ਆਪਣੇ ਲੀਡਰ ਪੈਦਾ ਕਰੇ, ਉਹਨਾਂ ਦੀ ਕੋਈ ਵਿਜ਼ਨ ਹੋਵੇ, ਅਤੇ ਅਸੀਂ ਭਾਰਤ ਨੂੰ ਮੁੜ ਕੇ ਇੱਕ ਚੜ੍ਹਦੀ ਕਲਾ ਵੱਲ ਨੂੰ ਜਾਂਦਾ ਹੋਇਆ ਮੁਲਕ ਬਣਾਈਏ। ਅੱਜ ਤਾਂ ਅਸੀਂ ਪੂਰੀ ਤਰੀਕੇ ਦੇ ਨਾਲ ਗੁਲਾਮ ਹੋ ਚੁੱਕੇ ਹਾਂ। ਜਿਹੜਾ ਇਹ ਅੰਦੋਲਨ ਚੱਲ ਰਿਹਾ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਆ ਜਾਂ ਪੂਰੇ ਦੇਸ਼ ਦੀ ਰਾਜਨੀਤੀ ਉਹਦੇ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਵੇਗਾ? ਬਿਲਕੁਲ ਭਾਜੀ, ਹੁਣ ਜਿਹੜੀ ਰਾਜਨੀਤੀ ਉੱਤੇ ਨਹੀਂ ਹੋਊਗੀ, ਇਸ ਅੰਦੋਲਨ ਤੋਂ ਬਾਅਦ ਰਾਜਨੀਤੀ ਉੱਤੇ ਨਹੀਂ ਹੋਊਗੀ, ਜਿਹੜੀ ਲੋਕਾਂ ਦੀ ਪਬਲਿਕ ਵਿਲ ਆ ਉਹ ਉੱਤੇ ਹੋਊਗੀ। ਜਿੱਦਾਂ ਲੋਕ ਚਾਹਣਗੇ ਉਹ ਹੋਊਗਾ। ਕਿਉਂਕਿ ਭੈਣ ਜੀ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਵੀਰ ਆ ਤੁਸੀਂ ਪੰਜਾਬ 'ਚ ਦੇਖਿਆ ਆ, ਜਿਹੜੇ ਮੰਤਰੀ ਉਹਨਾਂ ਦਾ ਵਿਰੋਧ ਚੱਲ ਰਿਹਾ ਆ, ਜਿੱਥੇ ਵੀ ਜਾਂਦੇ ਨੇ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਆ। ਹੁਣ ਜਿਹੜੇ ਸਾਡੇ ਨੌਜਵਾਨ ਆ ਸ਼ਾਇਦ ਸਵਾਲ ਪੁੱਛਣ ਲੱਗ ਪਏ। ਜੀ ਬਿਲਕੁਲ, ਅੱਜ ਤੱਕ ਪ੍ਰੋਬਲਮ ਇਹ ਸੀਗੀ ਕਿ ਇਹ ਸਾਰੇ ਪੋਲੀਟੀਕਲ ਲੀਡਰਸ ਸੀਗੇ, ਪਬਲਿਕ ਲੀਡਰ ਕੋਈ ਵੀ ਨਹੀਂ ਸੀਗਾ, ਜਾਂ ਪੀਪਲਸ ਲੀਡਰ ਆਈ ਵੁੱਡ ਸੇ। ਅਤੇ ਅੱਜ ਤੋਂ ਬਾਅਦ ਜਿਹੜੇ ਪੀਪਲਸ ਲੀਡਰ ਹੋਊਗੇ, ਜੇ ਤੋਂ ਪੀਪਲਸ ਲੀਡਰ ਬਣ ਕੇ ਰਹੂਗੇ ਤਾਂ ਲੋਕ ਸਿਰ 'ਤੇ ਵੀ ਚੱਕਣਗੇ, ਨਹੀਂ ਤਾਂ ਫਿਰ ਜੋ ਹੋ ਰਿਹਾ ਅਸੀਂ ਉਹ ਦੇਖ ਹੀ ਰਹੇ ਹਾਂ। ਅੱਗੇ ਹੁਣ ਸਾਡੇ ਜਿਹੜੇ ਕਿਸਾਨ ਵੀਰ ਕੀ ਕਰਨ, ਜਿਹੜਾ ਇਹ ਅੰਦੋਲਨ ਥੋੜ੍ਹਾ ਜਿਹਾ ਹੋਰ ਅੱਗੇ ਜਾਵੇ, ਕਿਉਂਕਿ ਹੁਣ ਬਸ ਇੱਥੇ ਤੱਕ ਹੀ ਸਿਮਟ ਕੇ ਰਹਿ ਗਿਆ, ਜਾਂ ਤਾਂ ਲੰਗਰ ਛਕ ਲਓ, ਲੰਗਰ ਖਾ ਲਓ, ਕੋਈ ਵੀ ਸਾਨੂੰ ਜਿਹੜਾ ਨਵਾਂ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ, ਅਤੇ ਨਵੇਂ ਪ੍ਰੋਗਰਾਮਾਂ ਬਾਰੇ ਸਾਨੂੰ ਪੂਰੀ ਤਰ੍ਹਾਂ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਆ ਰਹੀ। ਭਾਜੀ ਮੈਂ ਤੁਹਾਡੇ ਮਾਧਿਅਮ ਰਾਹੀਂ, ਤੁਸੀਂ ਬਹੁਤ ਚੰਗਾ ਸਵਾਲ ਕੀਤਾ ਹੈ। ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਅੰਦੋਲਨ ਦੇ ਵਿੱਚ ਆਉਣਾ, ਧਰਨੇ 'ਤੇ ਬੈਠਣਾ, ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਯੋਗਦਾਨ ਹੈ।
ਜਦ ਅਸੀਂ ਲੜਾਈ ਲੜਦੇ ਹਾਂ, ਮੈਂ ਪਹਿਲੇ ਫੌਜ 'ਚ ਵੀ ਰਹੀ ਹਾਂ, ਜਦ ਅਸੀਂ ਵਾਰ 'ਚ ਜਾਂਦੇ ਹਾਂ ਉਹਦੀਆਂ ਡਿਫਰੈਂਟ ਸਟੇਜਿਸ ਹੁੰਦੀਆਂ। ਕਈ ਵਾਰ ਸਹਿਨਸ਼ੀਲਤਾ ਦੇ ਨਾਲ ਬੈਠਣਾ ਆਪਣੇ ਆਪ 'ਚ ਇੱਕ ਕੰਮ ਹੁੰਦਾ ਹੈ, ਠੀਕ ਹੈ ਜੀ। ਔਰ ਇਹ ਜਿਸ ਤਰੀਕੇ ਦੇ ਨਾਲ ਸਾਰਾ ਚੱਲ ਰਿਹਾ ਆ, ਜਿਹੜੀ ਅੱਜ ਦੀ ਸਟੇਜ ਹੈਗੀ ਆ, ਇਹ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਸਮੇਟ ਕੇ ਰੱਖੀਏ ਔਰ ਬਿਲਕੁਲ ਠਰਮੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਜਿੱਥੇ ਜਿੱਥੇ ਅਸੀਂ ਹੈਗੇ ਆ ਉੱਥੇ ਅਸੀਂ ਬੈਠੀਏ ਅਤੇ ਆਉਣ ਵਾਲੇ ਟਾਈਮ ਵਿੱਚ ਜੋ ਜਿੱਦਾਂ ਸਾਡੀ ਡਿਊਟੀ ਲੱਗਦੀ ਆ ਉਹਨੂੰ ਅਸੀਂ ਬਖੂਬੀ ਨਿਭਾਈਏ। ਵੀ ਇਸ ਅੰਦੋਲਨ ਦੀ ਬਹੁਤ ਵੱਡੀ ਖੂਬੀ ਆ ਕਿ ਜਿਹੜੇ ਅੱਜ ਪੂਰੇ ਵਰਲਡ ਦੇ ਜਿਹੜੇ ਲੋਕ ਆ ਉਹ ਇਸ ਅੰਦੋਲਨ ਨੂੰ ਸਰਾਹ ਰਹੇ ਆ, ਕਿਉਂਕਿ ਇਸ ਅੰਦੋਲਨ 'ਚ ਸ਼ਾਂਤੀ ਆ। ਕਿਉਂਕਿ ਇਹਨਾਂ ਨੇ ਜਿਹੜੇ ਸਾਡੇ ਅੰਦੋਲਨ ਦਾ ਹਜੇ ਤੱਕ ਤਕਰੀਬਨ ਜਿਹੜਾ ਸਾਡਾ ਧਰਨਾ ਆ 75ਵੇਂ ਦਿਨ ਵਿੱਚ ਸ਼ਾਇਦ ਜਾ ਚੁੱਕਾ ਆ, ਪਰ ਹਜੇ ਵੀ ਕਿਸੇ ਤਰ੍ਹਾਂ 1-2 ਘਟਨਾਵਾਂ ਨੂੰ ਜਿਹੜੀਆਂ ਸਰਕਾਰ ਦੁਆਰਾ ਕੀਤੀ ਗਈਆਂ ਉਹਨੂੰ ਛੱਡ ਕੇ ਬਿਲਕੁਲ ਸ਼ਾਂਤ ਅੰਦੋਲਨ ਚੱਲ ਰਿਹਾ ਆ। ਮੇਰਾ ਆਖਰੀ ਸਵਾਲ ਹੈ ਕਿ ਹੁਣ ਵੀ ਜਿਹੜੇ ਕਿਸਾਨ ਜਿਹੜੇ ਵੀਰ ਹਜੇ ਵੀ ਘਰਾਂ ਵਿੱਚ ਮੌਜੂਦ ਆ ਜਾਂ ਉਹ ਅਫਵਾਹਾਂ ਤੋਂ ਡਰ ਕੇ ਬੈਠੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇੰਨਾ ਹੀ ਕਹਿਣਾ ਚਾਹੂੰਗੀ ਕਿ ਇਹ ਜਿਹੜੀ ਲੜਾਈ ਹੈ ਇਹ ਲੜਨੀ ਪੈਣੀ ਹੈ। ਜੇ ਅਸੀਂ ਨਾ ਲੜੀ ਤਾਂ ਸਾਡੀ ਔਲਾਦ ਨੂੰ ਲੜਨੀ ਪੈਣੀ ਆ। ਅਤੇ ਫਿਰ ਮਾਪਿਆਂ ਦਾ ਇਹੀ ਫਰਜ਼ ਹੁੰਦਾ ਆ ਕਿ ਆਪਣੀ ਜਿਹੜੀ ਔਲਾਦ ਆ ਉਹਦੇ ਜਿਹੜੇ ਰਾਹ ਆ ਉਹਦੇ ਕੰਢਿਆਂ ਨੂੰ ਆਪ ਹੱਥੀਂ ਸਮੇਟ ਦੇਣ। ਕੱਲ੍ਹ ਨੂੰ ਸਾਡੇ ਨਿਆਣਿਆਂ ਦੇ ਨਾਲ ਇਹ ਸਭ ਕੁਝ ਹੋਊਗਾ ਅਤੇ ਫਿਰ ਲਾਹਨਤ ਹੈ ਸਾਡੀ ਜ਼ਿੰਦਗੀ ਦੇ ਉੱਤੇ। ਅਤੇ ਇਸ ਕਰਕੇ ਇਹੀ ਚੰਗਾ ਆ ਸਾਡੇ ਸਾਰਿਆਂ ਦੇ ਲਈ ਕਿ ਇਹ ਜਿਹੜਾ ਜ਼ਿੰਮਾ ਹੈ ਆਪਣੇ ਸਿਰ ਲਾਈਏ, ਤਾਂ ਕਿ ਜਿਹੜੀ ਸਾਡੀ ਔਲਾਦ ਆ ਕਮ ਸੇ ਕਮ ਉਹਨੂੰ ਇਹ ਦਿਨ ਨਾ ਦੇਖਣੇ ਪੈਣ ਜੋ ਅੱਜ ਸਾਨੂੰ ਦੇਖਣੇ ਪੈ ਰਹੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਅਸੀਂ ਵਿਚਾਰ ਸੁਣ ਰਹੇ ਸੀ, ਤੁਸੀਂ ਦੇਖਿਆ ਕਿਵੇਂ ਭੈਣ ਜੀ ਨੇ ਸਾਨੂੰ ਚੰਗੀ ਤਰ੍ਹਾਂ ਦੇ ਨਾਲ ਕਾਨੂੰਨਾਂ ਬਾਰੇ ਜਿੱਥੇ ਸਮਝਾਇਆ, ਉੱਥੇ ਸਾਨੂੰ ਮੌਕੇ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਸਾਨੂੰ ਵੱਧ ਤੋਂ ਵੱਧ ਜਿਹੜਾ ਇਸ ਧਰਨੇ 'ਤੇ ਆਉਣਾ ਚਾਹੀਦਾ। ਇੱਥੋਂ ਦੇ ਹਾਲਾਤ ਬਹੁਤ ਵਧੀਆ ਨੇ, ਬਿਲਕੁਲ ਉਸੇ ਤਰ੍ਹਾਂ ਚੜ੍ਹਦੀ ਕਲਾ ਆ। ਪਰ ਜਿਹੜੇ ਗੋਦੀ ਮੀਡੀਆ ਆ ਜਾਂ ਜਿਹੜੇ ਸਾਡੀ ਸਰਕਾਰ ਦੁਆਰਾ ਪ੍ਰੋਪਾਗੈਂਡੇ ਚਲਾਏ ਜਾ ਰਹੇ ਆ, ਇੱਥੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਆ, ਇੱਥੇ ਲਾਈਟ ਬੰਦ ਕਰ ਦਿੱਤੀ ਗਈ ਆ, ਇੱਥੇ ਹਾਲਾਤ ਥੋੜ੍ਹੇ ਮਾੜੇ ਆ, ਬਿਲਕੁਲ ਕੁਛ ਵੀ ਨਹੀਂ ਆ। ਸੰਗਤਾਂ ਜਿਹੜੀਆਂ ਬਿਲਕੁਲ ਚੜ੍ਹਦੀ ਕਲਾ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਸੰਗਤਾਂ ਵੱਧ ਚੜ੍ਹ ਕੇ ਇਸ ਅੰਦੋਲਨ ਵਿੱਚ ਆ ਰਹੀਆਂ ਨੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।